ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਹੁਣ ਦੋ ਬੈਂਕ ਹੋਰ ਮਰਜ ਹੋ ਰਹੇ ਨੇ, ਜਿਨ੍ਹਾਂ ਦਾ ਨਾਮ ਨੇ ਯੂਨਾਈਟਿਡ ਬੈਂਕ ਅਤੇ OBC। ਇਹ ਜਦੋਂ ਦੇ ਬੈਂਕ ਮਰਜ ਹੋਏ ਨੇ ਉਸ ਤੋਂ ਬਾਅਦ ਜਿਹੜੇ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਜਿਹੜੇ ਬੈਂਕਸ ਨੇ ਉਹਨਾਂ ਨੂੰ ਜ਼ੋਨਸ ਦੇ ਵਿੱਚ ਡਿਵਾਈਡ ਕੀਤਾ, ਜਿਨ੍ਹਾਂ ਦੇ ਵਿੱਚੋਂ ਇੱਕ ਜ਼ੋਨਲ ਮੈਨੇਜਰ ਅੰਮ੍ਰਿਤਸਰ ਦੇ ਜ਼ੋਨਲ ਮੈਨੇਜਰ ਓਮਕਾਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੱਦਾਂ ਇਹ ਤਿੰਨ ਬੈਂਕ ਜਿਹੜੇ ਮਰਜ ਹੋਏ ਨੇ ਕੀ ਡਿਫਰੈਂਸਿਸ ਸਾਨੂੰ ਦੇਖਣ ਨੂੰ ਮਿਲਣਗੇ ਇੱਕ ਪਹਿਲੇ PNB ਦੇ ਵਿੱਚ ਤੇ ਹੁਣ PNB ਦੇ ਵਿੱਚ। ਓਮਕਾਰਜੀਤ, ਕੀ ਜੇ ਡਿਫਰੈਂਸ ਨੇ ਹੁਣ ਸਾਨੂੰ ਦੇਖਣ ਨੂੰ ਮਿਲਣਗੇ ਜਦੋਂ ਇੱਕ ਨਵਾਂ PNB ਕੰਸਟਰਕਟ ਹੋਏਗਾ ਜਿਹਦੇ ਵਿੱਚ ਦੋ ਹੋਰ ਬੈਂਕ ਜਿਹੜੇ ਨੇ ਉਹ ਮਰਜ ਕਰ ਰਹੇ ਨੇ? ਹਾਂਜੀ, ਸਤਿ ਸ਼੍ਰੀ ਅਕਾਲ ਸਭ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰਨੀ ਚਾਹਾਂਗਾ ਕਿ ਜੋ ਪੰਜਾਬ ਨੈਸ਼ਨਲ ਬੈਂਕ OBC ਔਰ ਯੂਨਾਈਟਿਡ ਬੈਂਕ ਆਫ ਇੰਡੀਆ ਇਹ ਇੱਕ ਅਮਲਗਾਮੇਸ਼ਨ ਆ। ਅਸੀਂ ਇਸ ਨੂੰ ਮਰਜਰ ਨਹੀਂ ਕਹਿੰਦੇ, ਅਮਲਗਾਮੇਸ਼ਨ ਆ ਤਿੰਨ ਬੈਂਕਾਂ ਦਾ। ਦੇਖੋ, ਯੂਨਾਈਟਿਡ ਬੈਂਕ ਆਫ ਇੰਡੀਆ ਸਾਡੇ ਈਸਟਰਨ ਪਾਰਟ ਦੇ ਵਿੱਚ ਬੰਗਾਲ ਐਂਡ 7 ਸਿਸਟਰ ਸਟੇਟਸ ਉਸ ਦੀ ਬਹੁਤ ਕੰਸਨਟ੍ਰੇਸ਼ਨ ਆ ਉੱਥੇ, ਔਰ ਵੀ ਕੈਨ ਸੇ ਦਾ ਪੀਪਲਸ ਬੈਂਕ ਹੈ ਉਸ ਏਰੀਆ ਦੇ ਵਿੱਚ, ਯੂਨਾਈਟਿਡ ਬੈਂਕ ਆਫ ਇੰਡੀਆ ਈਸਟਰਨ ਪਾਰਟ ਦੇ ਵਿੱਚ। ਸੋ ਔਰ ਜੋ OBC ਹੈ ਪੰਜਾਬ ਨੈਸ਼ਨਲ ਬੈਂਕ ਦੀ ਤਰ੍ਹਾਂ ਇਸ ਦੀ ਮੇਜਰ ਜੋ ਕੰਸਨਟ੍ਰੇਸ਼ਨ ਆ ਪੰਜਾਬ ਦੇ ਵਿੱਚ ਪਾਈ ਜਾਂਦੀ ਹੈ। ਸੋ ਪੰਜਾਬ ਦੇ ਵਿੱਚ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਦੀਆਂ ਜੋ ਬ੍ਰਾਂਚਿਸ ਸੀ ਨੀਅਰ ਅਬਾਊਟ 550 ਔਰ ਸੋ ਪਲੱਸ ਬ੍ਰਾਂਚਿਸ ਸੀ, ਔਰ OBC ਦੇ ਵਿੱਚ ਆਉਣ ਦੇ ਨਾਲ ਹੁਣ ਸਾਡੇ ਕੋਲੇ ਪੰਜਾਬ ਦੇ ਵਿੱਚ ਜੋ ਸਿਰਫ ਪੰਜਾਬ ਸਟੇਟ ਦੇ ਵਿੱਚ ਨੀਅਰਲੀ 1100 ਬ੍ਰਾਂਚਿਸ ਟੋਟਲ ਹੋ ਚੁੱਕੀ ਹੈ। ਮਤਲਬ ਇੱਕ ਸਾਰਾ ਡਬਲ ਅਮਾਊਂਟ ਹੋ ਗਿਆ, ਡਬਲ ਆਲਮੋਸਟ ਡਬਲ ਹੋ ਚੁੱਕੀ ਹੈ। ਔਰ ਦੂਸਰਾ ਇਸ ਜ਼ੋਨ ਦੇ ਨਾਲ ਜੰਮੂ ਐਂਡ ਕਸ਼ਮੀਰ ਵੀ ਇਸ ਦੇ ਨਾਲ ਜੋੜਿਆ ਗਿਆ, ਉਸ ਦਾ ਸਟੇਟਸ ਚੇਂਜ ਹੋਣ ਤੋਂ ਬਾਅਦ ਇਸ ਦੇ ਅੰਮ੍ਰਿਤਸਰ ਜ਼ੋਨ ਦੇ ਨਾਲ ਜੋੜਿਆ ਗਿਆ। ਔਰ ਓਵਰਆਲ ਜੇ ਦੇਖੀਏ ਤਾਂ ਪੰਜਾਬ ਨੈਸ਼ਨਲ ਬੈਂਕ ਦੀ ਸਟਰੈਂਥ ਆਫਟਰ ਅਮਲਗਾਮੇਸ਼ਨ ਇਹ ਇੰਡੀਆ ਦਾ ਸੈਕੰਡ ਲਾਰਜੈਸਟ ਬੈਂਕ ਬਣ ਚੁੱਕਿਆ। ਜੇਕਰ ਆਪਾਂ ਗੱਲ ਕਰੀਏ ਤੁਹਾਡੀ, ਕਿਉਂਕਿ ਤੁਸੀਂ ਅੰਮ੍ਰਿਤਸਰ ਜ਼ੋਨ ਨੂੰ ਮੈਨੇਜ ਕਰ ਰਹੇ ਹੋ, ਜੇ ਗੱਲ ਕਰੀਏ ਅਮਲਗਾਮੇਸ਼ਨ ਤੋਂ ਬਾਅਦ ਜਿਹੜਾ ਪੰਜਾਬ ਨੈਸ਼ਨਲ ਬੈਂਕ ਹੈ ਉਹ ਕੁੱਲ ਕਿੰਨੇ ਜ਼ੋਨਸ ਦੇ ਵਿੱਚ ਡਿਵਾਈਡ ਕੀਤਾ ਗਿਆ ਤੇ ਕਿਹੜੇ ਜੇਕਰ ਗੱਲ ਕਰੀਏ ਪੰਜਾਬ ਦੀ ਤੇ ਕਿਹੜੇ ਜ਼ੋਨਸ ਕਿਹੜੇ ਹਿੱਸੇ 'ਚ ਆ ਰਹੇ ਨੇ? ਪੰਜਾਬ ਦੇ ਵਿੱਚ 2 ਜ਼ੋਨ ਬਣੇ ਆ, ਟੋਟਲ ਬੈਂਕ ਦੇ ਵਿੱਚ 24 ਜ਼ੋਨ ਨੇ। ਪੰਜਾਬ ਦੇ ਵਿੱਚ ਜੋ ਅੰਮ੍ਰਿਤਸਰ ਜ਼ੋਨ ਹੈ ਸਾਡਾ, ਇਸ ਦੇ ਵਿੱਚ ਜੋ ਮੇਜਰ ਏਰੀਆ ਹੈਗਾ ਅੰਮ੍ਰਿਤਸਰ ਹੈ। ਅੰਮ੍ਰਿਤਸਰ 2 ਸਰਕਲ ਨੇ, ਜਲੰਧਰ ਦੇ ਵਿੱਚ 2 ਸਰਕਲ ਨੇ, ਔਰ ਕਪੂਰਥਲਾ ਸਰਕਲ ਆ, ਹੁਸ਼ਿਆਰਪੁਰ ਸਰਕਲ ਆ, ਇੱਕ ਨਇਆ ਸਰਕਲ ਪਠਾਨਕੋਟ ਬਣਾਇਆ ਗਿਆ ਜਿਸ ਦੇ ਨਾਲ ਗੁਰਦਾਸਪੁਰ ਨੂੰ ਵੀ ਜੋੜਿਆ ਗਿਆ, ਔਰ ਪਲੱਸ ਜੰਮੂ ਐਂਡ ਕਸ਼ਮੀਰ ਹੈ। ਤੇ ਜੰਮੂ ਦੇ ਵਿੱਚ ਆਈ ਥਿੰਕ 73 ਬ੍ਰਾਂਚਿਸ ਆ ਔਰ 34 ਬ੍ਰਾਂਚਿਸ ਆ ਸ਼੍ਰੀਨਗਰ ਦੇ ਵਿੱਚ, ਜੋ ਸਰਕਲ 2 ਸਰਕਲ ਸੈਪਰੇਟ ਬਣਾਏ ਗਏ ਆ। ਤੋ ਅਸੀਂ ਇਸ ਏਰੀਏ ਦੇ ਵਿੱਚ ਜੋ ਇਸ ਏਰੀਏ ਦਾ ਜੋ ਮੇਜਰ ਕਰੈਕਟਰ ਹੈ ਮੇਨਲੀ ਐਗਰੀਕਲਚਰ ਹੈ, ਐਗਰੀਕਲਚਰ ਐਂਡ ਟ੍ਰੇਡਿੰਗ ਐਕਟੀਵਿਟੀ ਹੈ, ਇੰਡਸਟਰੀ ਵੀ ਹੈ। ਸੋ ਦ ਮੇਜਰ ਐਕਟੀਵਿਟੀ ਇਜ਼ ਟ੍ਰੇਡਿੰਗ ਐਕਟੀਵਿਟੀ। ਤੋ ਸਾਡੇ ਵੱਲੋਂ ਇਹ ਇੱਕ ਕੋਸ਼ਿਸ਼ ਹੋਏਗੀ ਕਿ ਇਸ ਏਰੀਏ ਦੇ ਵਿੱਚ ਅਸੀਂ ਐਗਰੀਕਲਚਰ ਨੂੰ ਜਿਸ ਤਰ੍ਹਾਂ ਅੱਗੇ ਵੀ ਪਹਿਲੇ ਵੀ ਫਾਈਨਾਂਸ ਕਰਦੇ ਹਾਂ, OBC ਦਾ ਵੀ ਬੜਾ ਅੱਛਾ ਰੋਲ ਰਿਹਾ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਵਿੱਚ। ਤੋ ਕ੍ਰੈਡਿਟ ਕ੍ਰੀਏਸ਼ਨ ਅਸੀਂ ਓਵਰਆਲ ਕਰਾਂਗੇ, ਜਹਾਂ ਵੀ ਸਾਡੇ ਜਿੱਥੇ ਵੀ ਕੋਈ ਡਿਫਿਸਿਟ ਰਹੀ ਹੈ ਅਸੀਂ ਉਸ ਨੂੰ ਪੂਰੀ ਕਰਾਂਗੇ, ਔਰ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਇਸ ਏਰੀਏ ਦੀ ਵੱਧ ਤੋਂ ਵੱਧ ਡਿਵੈਲਪਮੈਂਟ ਹੋਵੇ। ਜਿੱਦਾਂ ਤੁਸੀਂ ਗੱਲ ਕੀਤੀ ਹੈ ਫਾਈਨੈਂਸ ਦੀ, ਖਾਸ ਕਰਕੇ ਜੇ ਆਪਾਂ ਹੁਣ ਗੱਲ ਕਰੀਏ ਬਹੁਤ ਸਾਰੇ ਲੋਕਾਂ ਦੇ ਜਿਹੜੇ ਪਹਿਲਾਂ ਵੀ ਫਾਈਨੈਂਸ ਚੱਲਦੇ ਪਏ ਸੀ OBC ਦੇ ਵਿੱਚ ਜਿਨ੍ਹਾਂ ਦੇ ਚੱਲਦੇ ਸੀਗੇ, ਹੁਣ ਅਮਲਗਾਮੇਟ ਹੋਣ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਉਹਨਾਂ ਦੀ ਟੇਕ ਕੇਅਰ ਕਰੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਉਹਨਾਂ ਦੀ ਜਿਹੜੀ ਕਿਸ਼ਤਾਂ ਨੇ ਜਾਂ ਉਹਨਾਂ ਦੇ ਜਿਹੜੇ ਰੇਟ ਆਫ ਇੰਟਰਸਟ ਨੇ ਉਹਨਾਂ 'ਚ ਕਿਸ ਹਿਸਾਬ ਦਾ ਫਰਕ ਦੇਖਣ ਨੂੰ ਮਿਲੇਗਾ? ਦੇਖੋ, ਰੇਟ ਆਫ ਇੰਟਰਸਟ ਤਾਂ ਜੋ ਇੰਡਸਟਰੀ ਦਾ ਸੀ ਨਾ ਚੱਲਦਾ ਆਲਮੋਸਟ ਸੇਮ ਹੀ ਸੀ, ਪਰ ਹੁਣ ਇਸ ਅਮਲਗਾਮੇਸ਼ਨ ਜੋ 1/4/2020 ਤੋਂ ਹੋਈ ਹੈ, ਇਹ ਅਮਲਗਾਮੇਸ਼ਨ ਤੋਂ ਬਾਅਦ ਤੋਂ ਪਹਿਲਾਂ ਹੀ 1 ਮਹੀਨਾ ਪਹਿਲਾਂ ਹੀ 3 ਬੈਂਕਾਂ ਦੇ ਰਿਪਰੈਜ਼ੈਂਟੇਟਿਵ ਬੈਠ ਕੇ ਡਿਫਰੈਂਟ ਕਮੇਟੀਜ਼ ਬਣਾਈਆਂ ਗਈਆਂ। ਉਹਨਾਂ ਨੇ 3 ਬੈਂਕਾਂ ਦਾ ਜੋ ਸਾਰੀਆਂ ਸਕੀਮਸ ਵਗੈਰਾ ਸਟੱਡੀ ਕਰਕੇ उसमें जो बेस्ट पॉसिबल इन द बेस्ट इंटरेस्ट ऑफ द पब्लिक एट लार्ज जो सी वो द्वारा बन गई ने, सब सर्कुलर इशू हो चुके हैं। उसी हिसाब से जो है नई डेवलपमेंट चलेगी, न्यू क्रेडिट क्रिएशन होएगी।
ਜੇਕਰ ਗੱਲ ਕੀਤੀ ਜਾਵੇ ਨਾਰਮਲ ਕਸਟਮਰਸ ਦੇ ਜਿਹੜੇ ਨਾਰਮਲ ਬੈਂਕਿੰਗ ਕਰਨਗੇ, ਕੀ ਉਹਨਾਂ ਨੂੰ ਡਿਫਰੈਂਸ ਦੇਖਣ ਨੂੰ ਮਿਲੇਗਾ ਪੰਜਾਬ ਨੈਸ਼ਨਲ ਬੈਂਕ ਤੇ ਓਬੀਸੀਜ਼ ਖਾਸ ਕਰਕੇ, ਕਿਉਂਕਿ ਓਬੀਸੀ ਬੈਂਕ ਦੇ ਜਿਹੜੇ ਬ੍ਰਾਂਚਸ ਨੇ ਉਹ ਵੀ ਹੁਣ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਆ ਗਏ ਆ, ਕਿ ਉਹਨਾਂ ਨੂੰ ਕੁਝ ਡਿਫਰੈਂਸ ਦੇਖਣ ਨੂੰ ਮਿਲੇਗਾ ਕਿ ਉਹਨਾਂ ਦੇ ਜਿਹੜੇ ਡਾਟਾਜ਼ ਨੇ, ਅਕਾਊਂਟ ਡਾਟਾਜ਼ ਨੇ, ਕ੍ਰੈਡਿਟ ਡਾਟਾਜ਼ ਨੇ, ਉਹ ਪਹੁੰਚ ਚੁੱਕੇ ਹੋਏ ਨੇ, ਪ੍ਰੋਪਰ ਤਰੀਕੇ ਦੇ ਨਾਲ ਮਰਜ ਹੋ ਚੁੱਕੇ ਹੋਏ ਨੇ? ਹਾਂ, ਜੋ ਸਾਡੇ ਨਿਊ ਅਮਲਗਾਮੇਟਡ ਜੋ ਬ੍ਰਾਂਚ ਹੈ ਨੇ ਬੈਂਕ ਓਬੀਸੀ ਤੇ ਯੂਨਾਈਟਿਡ ਬੈਂਕ ਆਫ ਇੰਡੀਆ, ਇਹਨਾਂ ਦਾ ਜੋ ਟੈਕਨੀਕਲੀ ਦੇਖੀਏ ਤਾਂ ਆਈਟੀ ਪਲੇਟਫਾਰਮ ਇਹਨਾਂ ਦਾ ਡਿਫਰੈਂਟ ਸੀ, ਤੇ ਪਰ ਬਹੁਤ ਸਾਰੇ ਕੰਮ ਬੈਂਕ ਨੇ ਐਸਾ ਇੱਕ ਆਲਟਰਨੇਟਿਵ ਬਣਾ ਰਿਹਾ ਕਿ ਉਹ ਆਪਣਾ ਕਸਟਮਰ ਜਾ ਕੇ ਕਿਤੋਂ ਵੀ ਉਹ ਬੈਲੈਂਸ ਚੈੱਕ ਕਰ ਸਕਦੇ ਨੇ, ਆਪਣਾ ਕੁਛ ਅਮਾਊਂਟ ਤੱਕ ਟ੍ਰਾਂਜੈਕਸ਼ਨਸ ਵੀ ਕਰ ਸਕਦੇ ਨੇ। ਔਰ ਆਉਣ ਵਾਲੇ ਆਈ ਥਿੰਕ ਜੋ ਕੋਵਿਡ ਕਰਕੇ ਥੋੜ੍ਹਾ ਲੇਟ ਹੋ ਗਿਆ, ਸਾਡਾ ਟਾਰਗੇਟ ਸੀ ਵੀ 30 ਸਤੰਬਰ ਤੱਕ ਅਸੀਂ ਇੱਕੋ ਪਲੇਟਫਾਰਮ 'ਤੇ ਇੱਕੋ ਸੌਫਟਵੇਅਰ 'ਤੇ ਤਿੰਨੇ ਬੈਂਕਾਂ ਆ ਜਾਣਗੀਆਂ, ਤਾਂ ਕੋਈ ਦਿੱਕਤ ਨਹੀਂ ਆਏਗੀ। ਹੁਣ ਵੀ ਜੋ ਅਸੀਂ ਪਲੇਟਫਾਰਮ ਤਿਆਰ ਕੀਤਾ ਗਿਆ, ਜੇ ਇੱਕ ਯੂਟਿਲਿਟੀ ਤਿਆਰ ਕੀਤੀ ਗਈ ਆ, ਉਸ ਦੇ ਨਾਲ ਕਿਸੇ ਵੀ ਕਸਟਮਰ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਈ, ਔਰ ਸਾਡੇ ਸਟਾਫ ਨੂੰ ਅਸੀਂ ਪ੍ਰੋਪਰਲੀ ਸੈਂਸਿਟਾਈਜ਼ ਕੀਤਾ ਗਿਆ ਕਿ ਕਸਟਮਰ ਨੂੰ ਦੀ ਕੋਈ ਕਿਸ ਤਰ੍ਹਾਂ ਵੀ ਕੋਈ ਵੀ ਕੰਪਲੇਂਟ ਨਹੀਂ ਆਉਣੀ ਚਾਹੀਦੀ। ਇਸ ਅਮਲਗਾਮੇਸ਼ਨ ਤੋਂ ਬਾਅਦ ਕੀ ਐਨਪੀਏ ਦੀ ਕਟੌਤੀ ਦੇਖੀ ਜਾ ਸਕਦੀ ਹੈ? ਦੇਖੋ, ਜੋ ਐਨਪੀਏ ਆ, ਐਨਪੀਏ ਜੋ ਹੈ ਪੰਜਾਬ ਇੱਕ ਪ੍ਰੋਸਪਰਸ ਸਟੇਟ ਆ, ਅਦਰਵਾਈਜ਼ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਹੁਣ ਅਮਲਗਾਮੇਸ਼ਨ ਤੋਂ ਬਾਅਦ ਬਹੁਤ ਸਾਰੀਆਂ ਜੋ ਸਾਡੀਆਂ ਬ੍ਰਾਂਚਸ ਨੇ, ਕਈ ਵਾਰੀ ਇਸ ਤਰ੍ਹਾਂ ਹੈ ਵੀ ਸਾਡੀਆਂ ਆਮੋ ਸਾਹਮਣੇ ਬ੍ਰਾਂਚਸ ਹੈਗੀਆਂ ਨੇ, ਪੰਜਾਬ ਨੈਸ਼ਨਲ ਬੈਂਕ ਓਬੀਸੀ ਜਾਂ ਈਸਟਰਨ ਪਾਰਟ ਦੇ ਵਿੱਚ ਯੂਨਾਈਟਿਡ ਬੈਂਕ ਆਫ ਇੰਡੀਆ ਦੀਆਂ ਹੈ, ਤਾਂ ਉੱਥੇ ਸਾਡੇ ਕੋਲ ਜਦੋਂ ਅਸੀਂ ਬ੍ਰਾਂਚਸ ਨੂੰ ਇਕੱਠਾ ਕਰਾਂਗੇ, ਇਕੱਠਾ ਕਰਨ ਤੋਂ ਬਾਅਦ ਬਹੁਤ ਸਾਰਾ ਸਾਡੇ ਕੋਲ ਸਟਾਫ ਸਰਪਲਸ ਹੋ ਜਾਏਗਾ, ਤਾਂ ਨੈਚੁਰਲੀ ਉਸ ਨੂੰ ਅਸੀਂ ਫਰਦਰ ਡਿਵੈਲਪਮੈਂਟ ਤੇ ਰਿਕਵਰੀ ਦੇ ਵਿੱਚ ਲਗਾਵਾਂਗੇ, ਤਾਂ ਉਹਦੇ ਨਾਲ ਰਿਕਵਰੀ ਦੀ ਪਰਸੈਂਟੇਜ ਵੀ ਵਧੇਗੀ। ਜੇਕਰ ਗੱਲ ਕੀਤੀ ਜਾਵੇ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇੱਕ 20 ਲੱਖ ਕਰੋੜ ਰੁਪਏ ਦਾ ਜਿਹੜਾ ਫਾਈਨੈਂਸ਼ੀਅਲ ਪੈਕੇਜ ਦਿੱਤਾ ਗਿਆ ਸੀਗਾ, ਉਹ ਜਿਹੜਾ ਫਾਈਨੈਂਸ਼ੀਅਲ ਪੈਕੇਜ ਹੈ ਉਸ ਦਾ ਲਾਭ ਤੁਹਾਡੇ ਪੀਐਨਬੀ ਬੈਂਕ 'ਚੋਂ ਹੈ, ਜਿਹੜਾ ਹੁਣ ਅਮਲਗਾਮੇਸ਼ਨ ਹੋਇਆ ਇਸ ਬੈਂਕ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਕਸਟਮਰਸ ਉਠਾ ਪਾਉਣਗੇ ਤੇ ਬੈਂਕ ਉਹਨਾਂ ਨੂੰ ਕੀ ਲਾਭ ਦੇ ਰਿਹਾ? ਦੇਖੋ, ਇੱਕ ਤਾਂ ਹੈ ਜੋ ਐਮਰਜੈਂਸੀ ਜੋ 10% ਪਹਿਲੇ ਕ੍ਰੈਡਿਟ ਦੀ ਫੈਸਿਲਿਟੀ ਦਿੱਤੀ ਗਈ ਸੀ, तो वो सारे जिन्ने भी हमारे जो बिजनेस यूनिट सी और MSME यूनिट सी सब नूं सी, और उस तो बाद 20% होर एक गरंटिड क्रेडिट लाइन और एक फैसिलिटी दी गई है, जिहदे विच मतलब जो सभी जो हमारे एग्जिस्टिंग कस्टमर्स हैं, MSME कस्टमर्स हैं, आप जिसकी जो क्रेडिट फैसिलिटी जो 25 करोड़ तक अवेल कर रहे थे, तो उनके लिए एक बेनिफिट दिया गया कि 20% इमीडिएट इंक्रीज दिया गया है, उसको गवर्नमेंट ने गारंटी किया है। तो गवर्नमेंट की गारंटी है तो बैंकर को कोई सोचने की ज़रूरत नहीं है, उसमें हमें कोई कोलेटरल सिक्योरिटी भी नहीं लेनी है। गवर्नमेंट की है बहुत बड़ी हेल्प है, जिससे हम विदाउट एनी फियर हम लोन दे सकते हैं लोगों को, क्योंकि उसमें हमें कोई लॉस होने का किसी किस्म का कोई चांस ही नहीं है, तो एक बहुत बड़ा बेनिफिट है। तो वी आर डूइंग इट एंड by 20th most of the work will be done, and by 30th I think it will be finished altogether, so we will be lending to all our existing borrowers, so the 20% additional credit। ਤੇ ਜੇਕਰ ਗੱਲ ਕੀਤੀ ਜਾਵੇ ਮੁਦਰਾ ਸਕੀਮ ਦੀ, ਜਿਹੜੀ ਮੁਦਰਾ ਲੋਨ ਸਕੀਮ ਆਈ ਸੀ, ਉਸ ਚੀਜ਼ ਨੂੰ ਹੁਣ ਉਸ ਸਕੀਮ ਨੂੰ ਬੈਂਕ ਕਿਸ ਤਰ੍ਹਾਂ ਅੱਗੇ ਵਧਾਏਗਾ? मुद्रा स्कीम तो चल ही रही है, वैसे ही चल रही है, तो रूटीन ਦੇ ਵਿੱਚ वैसे चल रही है। और भी इस तरह मतलब कि MSME और जो हमारा रिटेल क्रेडिट है, उसमें बैंक के लिए एक अपर एज रहता है टू इंक्रीज द प्रॉफिटेबिलिटी, सो दैट स्कीम विल कंटिन्यू एंड विद मोर विगर एंड जील, so we are hopeful that we will be able to create more and more credit and employment in the economy। ਜੇਕਰ ਗੱਲ ਕੀਤੀ ਜਾਵੇ ਕੋਵਿਡ-19 ਦੀ, ਖਾਸ ਕਰਕੇ ਜਿਹੜਾ ਹੁਣ ਜਦੋਂ ਲੋਕਡਾਊਨ ਰਿਹਾ, ਕਰਫਿਊ ਰਿਹਾ ਪੰਜਾਬ ਦੇ ਵਿੱਚ, ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕੰਮ ਨਹੀਂ ਕਰ ਪਾਏ, ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਤੁਹਾਡੇ ਬੈਂਕਾਂ ਤੋਂ ਲੋਨ ਲਿੱਤੇ ਹੋਏ ਨੇ, ਜਿਹੜੇ ਲੋਕ ਉਹ EMIs ਨਹੀਂ ਪੇ ਕਰ ਪਾਏ, ਜਿਨ੍ਹਾਂ ਦੀ EMIs ਮਿਸ ਕਰ ਗਈਆਂ, ਜਿਨ੍ਹਾਂ ਨੂੰ ਕਈਆਂ ਨੂੰ ਪੈਨਲਟੀਜ਼ ਵੀ ਸੁਣਨ 'ਚ ਆਇਆ ਕਿ ਪੈਨਲਟੀਜ਼ ਵੀ ਪਈਆਂ, ਉਹਨਾਂ ਲੋਕਾਂ ਲਈ ਜਿਹੜੇ EMIs ਨਹੀਂ ਪੇ ਕਰ ਪਾ ਰਹੇ, ਤੁਹਾਡਾ ਬੈਂਕ ਉਹਨਾਂ ਲਈ ਕੀ ਸਕੀਮ ਲੈ ਕੇ ਆ ਰਿਹਾ, ਕਿਸ ਤਰੀਕੇ ਉਹਨਾਂ ਦੀ ਮਦਦ ਕਰ ਰਿਹਾ? नहीं, ऑलरेडी ये जो रिजर्व बैंक ऑफ इंडिया ने ऑलरेडी जो पहले 3 मंथ का दिया था, अभी वो 6 महीने कर दिया है, ठीक है ना। 6 महीने तक कस्टमर को अपने एग्जिस्टिंग लोन में कोई इंस्टॉलमेंट नहीं जमा करवानी, तो ये फैसिलिटी दी गई है, उसको कोई पेनल्टी नहीं है। और इसका आगे और भी जो जैसे जैसे गवर्नमेंट अपना कोई प्रोविज़न करेगी, तो बैंक को जैसे भी डायरेक्शन होएगी, बैंक्स उसको इम्प्लीमेंट करेंगे।
ਸਰ ਸੁਣਨ ਚ ਇਹ ਵੀ ਆਇਆ ਹੈ ਕਿ ਬਹੁਤ ਸਾਰੇ ਕੁਝ ਸਟਾਫ ਜਿਹੜੇ ਨੇ ਪੀਐਨਬੀ ਦੇ ਜਿਹੜੇ ਕੋਵਿਡ ਪੋਜ਼ਿਟਿਵ ਪਾਏ ਗਏ ਸੀ, ਕਰੋਨਾ ਪੋਜ਼ਿਟਿਵ ਪਾਏ ਗਏ ਸੀ, ਉਹਨਾਂ ਦੇ ਲਈ ਪੰਜਾਬ ਨੈਸ਼ਨਲ ਬੈਂਕ ਨੇ ਕੀ ਸਟੈਪਸ ਚੱਕੇ ਨੇ? देखो जो कोविड के रिलेटेड जो भी सेफ्टी मेजर थे तो वो सभी ब्रांचेस में हमने इम्प्लीमेंट किए गए हैं। और जो इंफ्रारेड टेम्परेचर रिकॉर्डर है, जहाँ सैनिटाइजेशन है, ब्रांचेस की सैनिटाइजेशन है। और सभी एम्प्लॉइज़ को बैंक ने शुरू में ही 1000 ईच अकाउंटों में डाल दिया गया था। आपने भी आपको, ताकि आपने कोई भी सेफ्टी मेजर लेने हैं तो आप उसको लें, प्रॉपरली अपने आप को सेफ गार्ड करें। और भी बहुत सारे सेफ्टी इक्विपमेंट जो हैं, एक हमारा बंदा जो बाहर गेट पे खड़ता है उसको पीपीई किट भी प्रोवाइड की है ताकि वो सभी को चेक कर सके और अपने आप को सेफ कर सके। तो स्टाफ के लिए एक बड़ा अच्छा माहौल है। बाकी ऐसा है, जब थ्रू आउट द कंट्री इसका एक नेचुरल डिसास्टर बन के हमारे सामने आया है तो बैंकर जो है जो फ्रंट पे सर्विस दे रहा है लाइक अदर कोविड वॉरियर की तरह, तो इसमें चांसेस तो रहते ही हैं। इसलिए हमारे भी कुछ लोगों को हुआ है तो बट वी आर फाइटर, सो वी आर फाइटिंग, नो प्रॉब्लम। इट इज़ फॉर द कंट्री, इट इज़ फॉर द इकोनॉमी एंड इट इज़ फॉर द इंटरनेशनल इकोनॉमी। विल कंटिन्यू। ਬਹੁਤ ਬਹੁਤ ਧੰਨਵਾਦ ਓਂਕਾਰਜੀਤ ਜੀ। ਸੋ ਇਹ ਸਨ ਸਾਡਾ ਓਂਕਾਰਜੀਤ ਸਿੰਘ, ਜ਼ੋਨਲ ਮੈਨੇਜਰ ਅੰਮ੍ਰਿਤਸਰ ਪੰਜਾਬ ਨੈਸ਼ਨਲ ਬੈਂਕ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਜਿਹੜਾ ਤਿੰਨ ਬੈਂਕ ਦਾ ਅਮਲਗਾਮੇਸ਼ਨ ਹੋਇਆ ਉਸ ਦੇ ਬਾਰੇ ਵਧੇਰੇ ਜਾਣਕਾਰੀ ਦਿੱਤੀ, ਨਾਲ ਕਿਸ ਤਰੀਕੇ ਦੇ ਨਾਲ ਕਸਟਮਰ ਨੂੰ ਸਰਵਿਸਿਜ਼ ਮਿਲਣਗੀਆਂ ਇਸ ਬੈਂਕ ਦੇ ਅਮਲਗਾਮੇਸ਼ਨ ਬਾਅਦ, ਉਸ ਦੇ ਬਾਰੇ ਵੀ ਪ੍ਰੋਪਰ ਜਾਣਕਾਰੀ ਦਿੱਤੀ ਹੈ। ਕੈਮਰਾ ਪਰਸਨ ਜਤਿਨ ਦੇ ਨਾਲ ਮੈਂ ਸਾਇਨ ਨਰੂਲਾ, ਦੈਨਿਕ ਸਵੇਰਾ ਟੀਵੀ ਜਲੰਧਰ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।